ਹੈਲੋ ਸਟੂਡੈਂਟਸ, ਫੰਕਸ਼ਨ ਸੀਰੀਜ਼ ਦੇ ਵਿੱਚ ਸਾਡਾ ਅੱਜ ਦਾ ਨੈਕਸਟ ਟੌਪਿਕ ਹੈ ਟਾਈਪਸ ਆਫ ਯੂਜ਼ਰ ਡਿਫਾਈਨਡ ਫੰਕਸ਼ਨਸ ਪਾਰਟ 3। ਲਾਸਟ ਵੀਡੀਓ ਦੇ ਵਿੱਚ ਅਸੀਂ ਕਵਰ ਕੀਤਾ ਸੀ ਕਿ ਯੂਜ਼ਰ ਡਿਫਾਈਨਡ ਫੰਕਸ਼ਨਸ ਕੀ ਨੇ, ਉਸ ਨੂੰ ਕਿਵੇਂ ਬਣਾਇਆ ਜਾਂਦਾ। ਤੇ ਇਸ ਵੀਡੀਓ ਦਾ ਟੌਪਿਕ ਹੈ ਟਾਈਪਸ ਆਫ ਯੂਜ਼ਰ ਡਿਫਾਈਨਡ ਫੰਕਸ਼ਨਸ। ਟੋਟਲ 4 ਟਾਈਪਸ ਆਫ ਯੂਜ਼ਰ ਡਿਫਾਈਨਡ ਫੰਕਸ਼ਨਸ ਨੇ। ਫੰਕਸ਼ਨ ਵਿਦ no argument and no return value, function with argument and no return value, function with no argument and one return value, fourth function with argument and one return value। इस वीडियो ਦੇ ਵਿੱਚ ਅਸੀਂ ਇਹਨਾਂ ਟਾਈਪਸ ਨੂੰ ਕਵਰ ਕਰਾਂਗੇ one by one। ਸਭ ਤੋਂ ਪਹਿਲਾਂ function with no argument and no return value। Function with no argument means the called function does not receive any data from calling function। मतलब कि तुहाडा जिहड़ा कॉल्ड फंक्शन है जिसनूं कॉल किया जा रहा वो कॉलिंग फंक्शन तो कोई भी डाटा रिसीव नहीं करूगा, मतलब कोई भी वैल्यू पास नहीं हो रही। ਅਤੇ नो रिटर्न वैल्यू मीनस है कि जिहड़ा तुहाडा कॉल्ड फंक्शन है वो कॉलिंग फंक्शन नूं कोई भी वैल्यू रिटर्न नहीं करेगा। That means there is no data transfer between calling and called function। ਤੁਹਾਡੇ calling ਅਤੇ called function ਦੇ ਵਿੱਚ ਕੋਈ ਵੀ ਡਾਟਾ ਦਾ ਟ੍ਰਾਂਸਫਰ ਨਹੀਂ ਹੋ ਰਿਹਾ। ਐਗਜ਼ਾਮਪਲ ਲਈ ਤੁਹਾਡਾ ਮੇਨ ਕਾਲ ਕਰ ਰਿਹਾ ਸ਼ੋ ਫੰਕਸ਼ਨ ਨੂੰ, that means main is a calling function। ਮੇਨ ਤੁਹਾਡਾ calling function ਹੈ ਅਤੇ ਸ਼ੋ ਨੂੰ ਕਾਲ ਕੀਤਾ ਜਾ ਰਿਹਾ ਤਾਂ ਸ਼ੋ ਤੁਹਾਡਾ called function ਹੈ। ਇਸ ਟਾਈਪ ਦੇ ਵਿੱਚ ਨਾ ਹੀ ਤਾਂ ਮੇਨ ਸ਼ੋ ਨੂੰ ਕੋਈ ਵੈਲਿਊ ਪਾਸ ਕਰੇ, that means no argument passing, ਅਤੇ ਨਾ ਹੀ ਤੁਹਾਡਾ ਸ਼ੋ ਫੰਕਸ਼ਨ ਮੇਨ ਨੂੰ ਕੋਈ ਵੈਲਿਊ ਰਿਟਰਨ ਕਰੇ, that means no return value। ਤਾਂ ਇਸ ਟਾਈਪ ਦੇ ਵਿੱਚ ਤੁਹਾਡੇ ਦੋਨੋਂ ਫੰਕਸ਼ਨਸ ਦੇ ਵਿੱਚ ਡਾਟਾ ਦਾ ਕੋਈ ਵੀ ਟ੍ਰਾਂਸਫਰ ਨਹੀਂ ਹੋ ਰਿਹਾ। ਇਸ ਟਾਈਪ ਨੂੰ ਅਸੀਂ ਯੂਜ਼ ਕਰਦੇ ਸਿੰਪਲ ਕੋਈ ਮੈਸੇਜ ਪ੍ਰਿੰਟ ਕਰਵਾਉਣ ਦੇ ਲਈ। ਤਾਂ ਸਭ ਤੋਂ ਪਹਿਲਾਂ ਇਸ ਦਾ ਸਿੰਟੈਕਸ ਤੁਸੀਂ ਲਿਖੋਗੇ ਫੰਕਸ਼ਨ ਨੂੰ ਡਿਫਾਈਨ ਕਰਨ ਲੱਗੇ ਵਾਈਡ ਫੰਕਸ਼ਨ ਨੇਮ गोल ब्रैकेट। गोल ब्रैकेट ਦੇ ਵਿੱਚ ਕੋਈ ਵੀ ਵੈਲਿਊ ਨਹੀਂ ਲਿਖਣੀ ਕਿਉਂਕਿ ਵੈਲਿਊ ਪਾਸ ਨਹੀਂ ਹੋ ਰਹੀ। ਦੈਨ ਤੁਹਾਡੇ ਫੰਕਸ਼ਨ ਦੀ ਬੋਡੀ ਵਾਇਡ ਇੱਥੇ ਲਿਖਣ ਦਾ ਮਤਲਬ ਹੈ ਕਿ ਜਿਹੜਾ ਤੁਹਾਡਾ ਫੰਕਸ਼ਨ ਹੈ ਉਹ ਕੋਈ ਵੀ ਵੈਲਿਊ ਰਿਟਰਨ ਨਹੀਂ ਕਰ ਰਿਹਾ। ਤੇ ਇੱਥੇ ਜਿੱਥੇ ਤੁਸੀਂ ਖਾਲੀ ਗੋਲ ਬ੍ਰੈਕਟ ਛੱਡ ਰਹੇ ਹੋ ਦੈਟ ਮੀਨਸ ਤੁਹਾਡੇ ਫੰਕਸ਼ਨ ਦੇ ਵਿੱਚ ਕੋਈ ਵੀ ਵੈਲਿਊ ਪਾਸ ਨਹੀਂ ਹੋ ਰਹੀ। ਨੋ ਰਿਟਰਨ ਵੈਲਿਊ, ਨੋ ਵੈਲਿਊ ਪਾਸਿੰਗ। ਪ੍ਰੋਗਰਾਮ ਦੀ ਹੈਲਪ ਨਾਲ ਦੇਖਦੇ ਹਾਂ। ਤੁਸੀਂ ਮੇਨ ਦੇ ਵਿੱਚ ਕਾਲ ਕੀਤਾ ਤੁਹਾਡੇ ਸ਼ੋ ਫੰਕਸ਼ਨ ਨੂੰ ਤਾਂ ਤੁਸੀਂ ਪਹੁੰਚੇ ਸ਼ੋ ਫੰਕਸ਼ਨ 'ਤੇ। ਸ਼ੋ ਫੰਕਸ਼ਨ ਦੇ ਵੀ ਅੱਗੇ ਜਿੱਥੇ ਤੁਸੀਂ ਇਹਦੀ ਬੋਡੀ ਬਣਾ ਰਹੇ ਹੋ ਉੱਥੇ ਤੁਸੀਂ ਲਿਖ ਰਹੇ ਹੋਗੇ ਵਾਈਡ ਸ਼ੋ। ਵਾਈਡ ਮੀਨਸ ਨੋ ਰਿਟਰਨ ਵੈਲਿਊ, ਸ਼ੋ ਦਾ ਗੋਲ ਬ੍ਰੈਕਟ ਵੀ ਖਾਲੀ ਹੈ ਦੈਟ ਮੀਨਸ ਕੋਈ ਵੈਲਿਊ ਮੇਨ ਵੀ ਸ਼ੋ ਨੂੰ ਨਹੀਂ ਭੇਜ ਰਿਹਾ। ਉਸ ਤੋਂ ਬਾਅਦ ਤੁਸੀਂ ਸ਼ੋ ਫੰਕਸ਼ਨ ਦੇ ਵਿੱਚ ਇੱਕ ਮੈਸੇਜ ਪ੍ਰਿੰਟ ਕਰਾਇਆ ਫੰਕਸ਼ਨ ਵਿਦਆਊਟ ਆਰਗੂਮੈਂਟ। ਸ਼ੋ ਫੰਕਸ਼ਨ ਖਤਮ। ਤਾਂ ਜਦੋਂ ਮੇਨ ਫੰਕਸ਼ਨ 'ਤੇ ਗਏ ਮੇਨ ਕੋਲ ਵੀ ਅੱਗੇ ਕੋਈ ਸਟੇਟਮੈਂਟ ਨਹੀਂ ਦੈਟ ਮੀਨਸ ਤੁਹਾਡਾ ਪ੍ਰੋਗਰਾਮ ਖਤਮ। ਤਾਂ ਇੱਥੇ ਤੁਹਾਡੇ ਪ੍ਰੋਗਰਾਮ ਦੀ ਜਿਹੜੀ ਆਊਟਪੁੱਟ ਆਏਗੀ ਉਹ ਸਿੰਪਲ ਆਏਗੀ ਫੰਕਸ਼ਨ ਵਿਦਆਊਟ ਆਰਗੂਮੈਂਟ, ਕਿਉਂਕਿ ਨਾ ਹੀ ਤਾਂ ਤੁਹਾਡੇ ਮੇਨ ਫੰਕਸ਼ਨ ਨੇ ਸ਼ੋ ਨੂੰ ਕੋਈ ਵੈਲਿਊ ਭੇਜੀ ਕਿਉਂਕਿ ਜਿਹੜੇ ਗੋਲ ਬ੍ਰੈਕਟ ਨੇ ਉਹ ਐਮਟੀ ਨੇ, ਅਤੇ ਨਾ ਹੀ ਸ਼ੋ ਦੇ ਵਿੱਚ ਕੋਈ ਰਿਟਰਨ ਸਟੇਟਮੈਂਟ ਅਸੀਂ ਲਿਖੀ ਸੀ ਕਿਉਂਕਿ ਅਸੀਂ ਇੱਥੇ ਲਿਖਿਆ ਹੋਇਆ ਹੈਗਾ ਵਾਈਡ ਦੈਟ ਮੀਨਸ ਨੋ ਰਿਟਰਨ ਵੈਲਿਊ। सेकेंड टाइप है फंक्शन विद नो आर्गूमेंट एंड वन रिटर्न वैल्यू। फंक्शन विद नो आर्गूमेंट मीन्स कॉल्ड फंक्शन डज नॉट रिसीव एनी डाटा फ्रॉम कॉलिंग अ फंक्शन, बट फंक्शन विद अ वन रिटर्न वैल्यू मीन्स वन रिजल्ट विल बी सेंट बैक टू कॉलिंग फंक्शन। एग्जाम्पल ਲਈ मेन ਜਿਹੜਾ ਕਿ ਤੁਹਾਡਾ कॉलिंग फंक्शन है ਅਤੇ शो ਤੁਹਾਡਾ कॉल्ड फंक्शन है। ਤਾਂ ਇਸ ਦੇ ਵਿੱਚ ਨੋ ਆਰਗੂਮੈਂਟ ਹੈ ਬਟ ਵਨ ਰਿਟਰਨ ਵੈਲਿਊ ਹੈ ਦੈਟ ਮੀਨਸ ਕਿ ਤੁਹਾਡਾ ਮੇਨ ਫੰਕਸ਼ਨ ਸ਼ੋ ਨੂੰ ਕੋਈ ਵੈਲਿਊ ਨਹੀਂ ਸੈਂਡ ਕਰੇਗਾ, ਬਟ ਸ਼ੋ ਫੰਕਸ਼ਨ ਐਗਜ਼ੀਕਿਊਟ ਹੋਣ ਤੋਂ ਬਾਅਦ ਮੇਨ ਨੂੰ ਇੱਕ ਵੈਲਿਊ ਰਿਟਰਨ ਕਰੇਗਾ। ਉਸ ਨੂੰ ਅਸੀਂ ਬੋਲਦੇ ਹਾਂ ਫੰਕਸ਼ਨ ਵਿਦ ਨੋ ਆਰਗੂਮੈਂਟ ਬਟ ਵਨ ਰਿਟਰਨ ਵੈਲਿਊ। ਸਿੰਟੈਕਸ ਦੇਖਦੇ ਹਾਂ ਅਸੀਂ ਇਸ ਟਾਈਪ ਦਾ। ਤਾਂ ਇਸ ਦੇ ਵਿੱਚ ਤੁਸੀਂ ਵੈਲਿਊ ਰਿਟਰਨ ਕਰ ਰਹੇ ਹੋ ਇਸ ਲਈ ਤੁਸੀਂ ਫੰਕਸ਼ਨ ਨੂੰ ਡਿਫਾਈਨ ਕਰਨ ਲੱਗੇ ਇੱਥੇ ਵੋਇਡ ਦੀ ਜਗ੍ਹਾ ਤੁਸੀਂ ਲਿਖੋਗੇ ਰਿਟਰਨ ਟਾਈਪ। ਰਿਟਰਨ ਟਾਈਪ ਮੀਨਸ ਉਹ ਟਾਈਪ ਜਿਸ ਤਰ੍ਹਾਂ ਦੀ ਵੈਲਿਊ ਤੁਸੀਂ ਰਿਟਰਨ ਕਰ ਰਹੇ ਹੋ। ਜੇ ਇੰਟ ਰਿਟਰਨ ਕਰ ਰਹੇ ਹੋ ਇੰਟ, ਫਲੋਟ ਰਿਟਰਨ ਕਰ ਰਹੇ ਹੋ ਫਲੋਟ।
उस तो बाद तुहाडे फंक्शन का नाम, बट इत्थे गोल ब्रैकेट खाली रहूगी क्योंकि असीं कोई भी आर्गूमेंट पास नहीं कर रहे। प्रोग्राम की हैल्प नाल देखते हैं इस नूं ते फंक्शन दे लास्ट जिहड़ी लाइन है तुहाडे कॉल्ड फंक्शन उस दे विच तुसीं रिटर्न लिखोगे स्टेटमेंट, क्योंकि इसकी हैल्प नाल ही जिहड़ी वैल्यू है वो रिटर्न हुंदी है। प्रोग्राम चैक करते हैं। प्रोग्राम दे विच तुसीं मेन फंक्शन दे विचों शो नूं कोई वैल्यू सेंड नहीं करनी, बट शो फंक्शन तुहाडा मेन नूं वैल्यू रिटर्न करेगा। इसलिए जिथे शो फंक्शन कॉल किया जा रहा है उत्थे किसी वेरीएबल नूं तुसीं शो दे इक्वल रखो ताकि शो एग्जीक्यूट होने तो बाद जिहड़ी वैल्यू रिटर्न करे उस वेरीएबल दे विच स्टोर हो जाए। एग्जाम्पल विच असीं मेन दे विच लिखिया इंट ए, उस तो बाद असीं कॉल किया शो फंक्शन नूं बट कोई वैल्यू पास नहीं की। असीं शो फंक्शन ते पहुँचे। शो फंक्शन दे विच असीं एक वेरीएबल लिया एक्स जिसनूं वैल्यू दित्ती है 5, बट 5 की वैल्यू से इधर प्रिंट ना करवा के असीं उसनूं रिटर्न करता मेन कोल, तो इत्थों रिटर्न हुई वैल्यू तुहाडी ऑटोमैटिकली स्टोर हो जाएगी ए दे विच। ए विच जद वैल्यू स्टोर हुई तो उसनूं असीं इत्थे प्रिंट करके दिखाया। दैट मीनस तुहाडे शो फंक्शन ने एग्जीक्यूट होने तो बाद एक वैल्यू रिटर्न की जिहड़ी कि तुहाडी ए दे विच स्टोर हो गई, उसनूं असीं बोलते हैं वन रिटर्न वैल्यू। तो इस फंक्शन को यूज़ किया जाता जेकर तुसीं शो दे विचों कोई वैल्यू वापस मेन तक भेजना चाहुंदे हो। उस केस दे विच जिथे तुसीं शो फंक्शन को कॉल कर रहे हो उत्थे किसी वेरीएबल नूं इस दे इक्वल रखोगे ताकि रिटर्न हुई वैल्यू उस वेरीएबल दे विच स्टोर हो जाए अते बाद दे विच तुसीं उसनूं प्रिंट करके दिखाओ या कोई कैलकुलेशनस करो, वो तुहाडे लोड़ मुताबिक है। थर्ड टाइप that is function with argument and no return value. Function will accept data from calling function. Nothing will be returned to the calling function. Example नाल देखते हैं कि इस दे विच वैल्यू पास होगी बट वैल्यू रिटर्न नहीं होगी। मीनस मेन जिहड़ा कि तुहाडा कॉलिंग फंक्शन है अते शो तुहाडा कॉल्ड फंक्शन है। मेन शो नूं वैल्यू पास करेगा एक या एक तो वध, बट शो फंक्शन मेन नूं कोई भी वैल्यू रिटर्न नहीं करूगा। उसनूं असीं बोलते हैं फंक्शन विद आर्गूमेंट एंड नो रिटर्न वैल्यू। इसका सिंटैक्स चैक करते हैं असीं। हुण इस दे विच असीं वैल्यू रिटर्न नहीं करनी, दैट मीनस असीं अगे की लिखांगे वाइड फंक्शन नेम लिखण तो बाद इत्थे गोल ब्रैकेट दे विच तुसीं वो आर्गूमेंट्स लिखो जिहड़े तुसीं पास करना चाहुंदे हो। मीनस ए बी सी जिन्हें तुसीं वैल्यू एक तो वध वैल्यूज जिहड़ियां तुसीं इत्थे पास कर सकते हो, बट रिटर्न वैल्यू हमेशा एक ही हुंदी है। बट इस टाइप दे विच असीं वैल्यू रिटर्न नहीं कर रहे, इसलिए असीं लिखांगे वाइड फंक्शन नेम गोल ब्रैकेट दे विच वो वेरीएबल्स दे नेम या वो वैल्यू जिहड़ी तुसीं पास करना चाहुंदे हो। प्रोग्राम की हैल्प नाल देखते हैं। तुसीं मेन दे विच एक वेरीएबल लिया इंट ए इक्वल्स टू 10। हुण तुसीं ए नूं इधर प्रिंट ना करवा के सपोज शो दे विच प्रिंट करवाउणा चाहुंदे हो तो तुहानूं लोड़ की है कि तुसीं ए दी वैल्यू शो तक भेजो, तो उसनूं असीं बोलदे हां आर्गूमेंट पासिंग। तो वैल्यू पास करन लई जिथे तुसीं शो फंक्शन नूं कॉल कर रहे हो तुसीं उहदे कॉलिंग ते ही वैल्यू लिखो ए। शो फंक्शन दे ब्रैकेट च लिखे ए, दैट मीनस ए वैल्यू गई तुहाडी शो फंक्शन दे कोल। शो फंक्शन ने उसनूं रिसीव किया क्योंकि जिहड़ी वैल्यू इधरों पास हुंदी है ए नाम ते उन्होंने वापस तो एक वेरीएबल रिसीव करदा उसे डाटा टाइप का। तो आप इत्थे इंट ए लिखे, इत्थे ए ही नाम रखना कोई जरूरी नहीं, तुसीं नाम बदल भी सकते हो, बट सिंपलिसिटी लिए मैं इत्थे ए ही यूज़ कर रही हाँ। उस तो बाद तुसीं उस वैल्यू नूं प्रिंट किया, दैन तुहाडी होर कोई स्टेटमेंट नहीं, प्रोग्राम खत्म। दैट मीनस तुहाडा इत्थे आंसर आएगा 10। इस एग्जाम्पल दे विच मेन वल्लों वैल्यू भेजी गई है शो फंक्शन नूं ते उहदे द्वारा वैल्यू भेजी जाती है। जिथे तुसीं फंक्शन कॉल करदे हो उहदे ब्रैकेट दे विच सिर्फ उहदा नाम लिखो। जे 2-3 आर्गूमेंट है तो कोमा पा के जिवें ए कोमा बी कोमा सी इदां लिखो। अते जिथे फंक्शन डिफाइन हो रहा उत्थे तुसीं तुहाडे फंक्शन दे डिफाइन होने दे समय तुसीं उसदी वैल्यू नूं लैके उसदे उपर प्रिंट कर सकते हो या कोई प्लस माइनस भी करवा सकते हो। तो इंपॉर्टेंट इत्थे की है कि तुसी फंक्शन दी रिटर्न वैल्यू वाइड लिखोगे,
ਫੰਕਸ਼ਨ ਨੇਮ ਤੋਂ ਬਾਅਦ ਆਰਗੂਮੈਂਟਸ ਜ਼ਰੂਰ ਇੱਥੇ ਲਿਖੋਗੇ ਜਿਹੜੇ ਪਾਸ ਹੋ ਰਹੇ ਆ। ਤੇ ਇੱਕ ਇੰਪੋਰਟੈਂਟ ਚੀਜ਼ ਜਿਹੜੀ ਕਿ ਤੁਹਾਨੂੰ ਹਮੇਸ਼ਾ ਪਹਿਲਾਂ ਵੀ ਦੱਸੀ ਹੋਈ ਹੈ, ਜਿਹੜੀ ਫੰਕਸ਼ਨ ਡੈਕਲੇਰੇਸ਼ਨ ਹੈ, ਸ਼ਾਇਦ ਮੈਂ ਬਾਰ-ਬਾਰ ਨਹੀਂ ਬੋਲ ਰਹੀ, ਉਹ ਬਿਲਕੁਲ ਤੁਹਾਡੀ ਫੰਕਸ਼ਨ ਬੋਡੀ ਵਾਲੀ ਪਹਿਲੀ ਹੀ ਲਾਈਨ ਹੁੰਦੀ ਹੈ ਡੈਫੀਨੇਸ਼ਨ ਵਾਲੀ, ਬਟ ਜਸਟ ਪਿੱਛੇ ਸੈਮੀਕੋਲਨ ਆਉਂਦਾ। ਤੇ ਇਸ ਤੋਂ ਇਲਾਵਾ ਇੱਥੇ ਜੇਕਰ ਤੁਸੀਂ ਇੰਟ a ਲਿਖ ਰਹੇ ਹੋ, ਇੱਥੇ ਤੁਸੀਂ ਇੰਟ a ਐਜ਼ ਇਟ ਇਜ਼ ਵੀ ਲਿਖ ਸਕਦੇ ਹੋ, ਜਾਂ ਤੁਸੀਂ a ਨਾ ਲਿਖ ਕੇ ਇਕੱਲਾ ਇੰਟ b ਲਿਖਦੇ ਤਾਂ ਵੀ ਤੁਹਾਡਾ ਪ੍ਰੋਗਰਾਮ ਸਹੀ ਸੀ। ਹੁਣ ਨੈਕਸਟ ਅਸੀਂ ਕਰਦੇ ਹਾਂ ਫੋਰਥ ਟਾਈਪ, ਦੈਟ ਇਜ਼ ਫੰਕਸ਼ਨ ਵਿਦ ਆਰਗੂਮੈਂਟ ਐਂਡ ਵਨ ਰਿਟਰਨ ਵੈਲਿਊ। ਮੀਨਸ ਦੋਨੋਂ ਹੀ ਫੰਕਸ਼ਨਸ ਤੋਂ ਵੈਲਿਊ ਜਿਹੜੀ ਹੈ ਟ੍ਰਾਂਸਫਰ ਕੀਤੀ ਜਾਊਗੀ। ਤੁਹਾਡਾ ਕਾਲਿੰਗ ਫੰਕਸ਼ਨ ਵੀ ਵੈਲਿਊ ਪਾਸ ਕਰੇਗਾ ਅਤੇ ਤੁਹਾਡਾ ਕਾਲਡ ਫੰਕਸ਼ਨ ਵੀ ਵੈਲਿਊ ਰਿਟਰਨ ਕਰੇਗਾ। ਦੋਨੋਂ ਸਾਈਡਸ ਤੋਂ ਜਿਹੜਾ ਡਾਟਾ ਦਾ ਟ੍ਰਾਂਸਫਰ ਉਹ ਹੋਵੇਗਾ। ਐਗਜ਼ਾਮਪਲ ਲਈ ਮੇਨ ਜਿਹੜਾ ਕਿ ਤੁਹਾਡਾ ਕਾਲਿੰਗ ਫੰਕਸ਼ਨ ਹੈ ਅਤੇ ਸ਼ੋ ਤੁਹਾਡਾ ਕਾਲਡ ਫੰਕਸ਼ਨ ਹੈ। ਤੁਹਾਡਾ ਮੇਨ ਫੰਕਸ਼ਨ ਵੀ ਸ਼ੋ ਨੂੰ ਕਾਲ ਕਰਨ ਲੱਗੇ ਵੈਲਿਊਜ਼ ਪਾਸ ਕਰੇਗਾ, ਦੈਟ ਮੀਨਸ ਆਰਗੂਮੈਂਟ ਪਾਸ ਹੋ ਰਹੇ ਆ, ਅਤੇ ਸ਼ੋ ਫੰਕਸ਼ਨ ਵੀ ਰਨ ਹੋਣ ਤੋਂ ਬਾਅਦ ਇੱਕ ਵੈਲਿਊ ਰਿਟਰਨ ਕਰੇਗਾ ਮੇਨ ਨੂੰ, ਦੈਟ ਮੀਨਸ ਵੈਲਿਊ ਵੀ ਰਿਟਰਨ ਹੋ ਰਹੀ ਹੈ। ਤਾਂ ਦੋਨੋਂ ਸਾਈਡ ਤੋਂ ਡਾਟਾ ਦਾ ਜਿਹੜਾ ਟ੍ਰਾਂਸਫਰ ਹੈ ਉਹ ਹੋਵੇਗਾ। ਸਿੰਟੈਕਸ ਚੈੱਕ ਕਰਦੇ ਹਾਂ ਅਸੀਂ ਇਸ ਦਾ। ਤਾਂ ਇਸ ਦੇ ਵਿੱਚ ਤੁਸੀਂ ਵੈਲਿਊ ਰਿਟਰਨ ਕਰਨੀ ਤਾਂ ਤੁਸੀਂ ਇੱਥੇ ਰਿਟਰਨ ਟਾਈਪ ਵੀ ਲਿਖੋਗੇ, ਇੰਟ ਫਲੋਟ ਜੋ ਵੀ ਹੈ, ਦੈਨ ਫੰਕਸ਼ਨ ਦਾ ਨੇਮ, ਦੈਨ ਆਰਗੂਮੈਂਟ ਜਿਹੜੇ ਤੁਸੀਂ ਪਾਸ ਕਰਨੇ ਨੇ। ਤੇ ਲਾਸਟ ਤੇ ਜੇ ਵੈਲਿਊ ਰਿਟਰਨ ਹੋ ਰਹੀ ਹੈ ਦੈਟ ਮੀਨਸ ਤੁਸੀਂ ਰਿਟਰਨ ਵੈਲਿਊ ਦਾ ਇੱਥੇ ਸਿੰਟੈਕਸ ਇੱਥੇ ਲਿਖੋਗੇ, ਰਿਟਰਨ ਵੈਲਿਊ ਲਾਸਟ ਤੇ ਜਿਹੜੀ ਵੈਲਿਊ ਰਿਟਰਨ ਕਰਨੀ ਹੈ। ਹੁਣ ਅਸੀਂ ਐਗਜ਼ਾਮਪਲ ਚੈੱਕ ਕਰਦੇ ਹਾਂ। ਐਗਜ਼ਾਮਪਲ ਦੇ ਤੁਹਾਡੇ ਵਿੱਚ ਕੀ ਹੈਗਾ ਕਿ ਤੁਸੀਂ ਮੇਨ ਵੱਲੋਂ ਵੀ ਵੈਲਿਊ ਸ਼ੋ ਨੂੰ ਭੇਜਣੀ ਹੈ ਅਤੇ ਸ਼ੋ ਵੱਲੋਂ ਵੀ ਵੈਲਿਊ ਮੇਨ ਨੂੰ ਸੈਂਡ ਕਰਨੀ ਹੈ। ਇਸ ਲਈ ਅਸੀਂ ਇੱਕ ਪ੍ਰੋਗਰਾਮ ਬਣਾਇਆ ਕਿ ਸਪੋਜ਼ ਤੁਸੀਂ ਦੋ ਨੰਬਰ ਲਏ ਨੇ A B, ਤੁਸੀਂ A B ਨੂੰ ਇੱਥੇ ਲਿਆ ਜ਼ਰੂਰ ਹੈ ਕਿ A ਦੀ ਵੈਲਿਊ 5 ਹੈ, B ਦੀ ਵੈਲਿਊ 10 ਹੈ, ਬਟ ਤੁਸੀਂ ਉਹਦਾ ਟੋਟਲ ਸ਼ੋ ਫੰਕਸ਼ਨ ਦੇ ਵਿੱਚ ਕਰਨਾ ਚਾਹੁੰਦੇ ਹੋ ਅਤੇ ਟੋਟਲ ਕਰਨ ਤੋਂ ਬਾਅਦ ਜਿਹੜਾ ਉਸਦਾ ਆਨਸਰ ਆਏਗਾ ਉਹ ਇੱਥੇ ਪ੍ਰਿੰਟ ਨਾ ਕਰਵਾ ਕੇ ਮੇਨ ਦੇ ਵਿੱਚ ਕਰਨਾ ਚਾਹੁੰਦੇ ਹੋ। ਤਾਂ ਹੁਣ ਲੋੜ ਕੀ ਹੈ ਕਿ ਤੁਹਾਨੂੰ ਦੋਨੋਂ ਸਾਈਡ ਤੋਂ ਡਾਟਾ ਜਿਹੜਾ ਹੈ ਉਹ ਸੈਂਡ ਕਰਨਾ ਪਵੇਗਾ। ਤੁਸੀਂ A ਤੇ B ਦਾ ਟੋਟਲ ਸਮ ਦੇ ਵਿੱਚ ਤੁਹਾਡੇ ਸ਼ੋ ਫੰਕਸ਼ਨ ਵਿੱਚ ਕਰੋਗੇ, ਦੈਟ ਮੀਨਸ ਦਾ ਸ਼ੋ ਫੰਕਸ਼ਨ ਕੋਲ ਭੇਜਣਾ ਪਊ A ਅਤੇ B ਨੂੰ, ਅਤੇ ਸ਼ੋ ਫੰਕਸ਼ਨ ਵੈਲਿਊ ਆਨਸਰ ਇੱਥੇ ਪ੍ਰਿੰਟ ਨਾ ਕਰਕੇ ਮੇਨ ਦੇ ਵਿੱਚ ਭੇਜ ਰਿਹਾ, ਦੈਟ ਮੀਨਸ ਤੁਹਾਨੂੰ ਵੈਲਿਊ ਰਿਟਰਨ ਵੀ ਕਰਨੀ ਪਵੇਗੀ। ਇਸ ਲਈ ਅਸੀਂ ਮੇਨ ਦੇ ਵਿੱਚ ਦੋ ਵੇਰੀਏਬਲ ਲਏ, A ਦੀ ਵੈਲਿਊ 5 ਅਤੇ B ਦੀ ਵੈਲਿਊ 10। ਉਹ ਜਿਹੜੀਆਂ ਵੈਲਿਊਜ਼ ਲਈਆਂ, ਫਿਰ ਅਸੀਂ ਇੱਕ ਵੇਰੀਏਬਲ ਲਿਆ C ਜਿਸ ਨੂੰ ਖਾਲੀ ਰੱਖਿਆ ਫਿਲਹਾਲ ਆਨਸਰ ਸਟੋਰ ਕਰਵਾਉਣ ਲਈ। ਸ਼ੋ ਫੰਕਸ਼ਨ ਨੂੰ ਕਾਲ ਕੀਤਾ ਅਤੇ ਕਾਲ ਦੇ ਵਿੱਚ ਤੁਸੀਂ ਉਹ ਦੋ ਵੈਲਿਊਜ਼ ਪਾਸ ਕਰ ਦਿੱਤੀਆਂ A ਅਤੇ B। A ਅਤੇ B ਨੂੰ ਲੈ ਕੇ ਉਹ ਪਹੁੰਚਿਆ ਸ਼ੋ ਫੰਕਸ਼ਨ ਕੋਲ। ਤਾਂ A ਦੀ ਵੈਲਿਊ 5, B ਦੀ ਵੈਲਿਊ 10 ਉਹਨੇ ਰਿਸੀਵ ਕੀਤੀਆਂ ਅਤੇ ਦੋਨਾਂ ਨੂੰ ਇੱਕ ਹੋਰ ਵੇਰੀਏਬਲ ਸਮ ਲੈ ਕੇ ਸਮ ਦੇ ਵਿੱਚ ਸਟੋਰ ਕਰਵਾਤਾ। ਦੋਨਾਂ ਦਾ ਟੋਟਲ ਸਟੋਰ ਕਰਵਾਤਾ ਤਾਂ ਸਮ ਦੇ ਵਿੱਚ ਟੋਟਲ ਕਿੰਨਾ ਹੋ ਗਿਆ 15। ਉਸ ਤੋਂ ਬਾਅਦ ਅਸੀਂ 15 ਨੂੰ ਰਿਟਰਨ ਕਰਤਾ ਵਾਪਸ ਮੇਨ ਕੋਲ। ਮੇਨ ਨੇ ਉਹ ਰਿਟਰਨ ਹੋਈ ਵੈਲਿਊ ਆਪਣੇ ਵੇਰੀਏਬਲ C ਦੇ ਵਿੱਚ ਪਵਾ ਲਈ, ਕਿਉਂਕਿ ਜਦੋਂ ਕੋਈ ਵੈਲਿਊ ਰਿਟਰਨ ਹੁੰਦੀ ਹੈ ਤਾਂ ਜਿੱਥੇ ਫੰਕਸ਼ਨ ਨੂੰ ਕਾਲ ਕਰ ਰਹੇ ਹੋ ਉਹਦੇ ਇਕੁਅਲ ਜਿਹੜੇ ਵੇਰੀਏਬਲ ਨੂੰ ਰੱਖਿਆ ਹੋਇਆ ਤੁਹਾਡੇ ਆਨਸਰ ਉਸੇ ਦੇ ਵਿੱਚ ਸਟੋਰ ਹੋ ਜਾਂਦਾ। C ਵਿੱਚ ਸਟੋਰ ਹੋਇਆ 15, ਉਸ ਤੋਂ ਬਾਅਦ ਤੁਸੀਂ ਪ੍ਰਿੰਟ ਕੀਤਾ C ਨੂੰ, ਦੈਟ ਮੀਨਸ ਤੁਹਾਡੀ ਆਊਟਪੁੱਟ ਆ ਗਈ 15। ਇਹ ਸੀ ਤੁਹਾਡੀ ਫੋਰਥ ਟਾਈਪ। ਤੇ ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਅਸੀਂ ਜਿਹੜੀ ਪਾਸਿੰਗ ਟਾਈਪਸ ਨੇ, ਮਤਲਬ ਵੈਲਿਊ ਨੂੰ ਪਾਸ ਕਰਨ ਦੇ ਅਲੱਗ-ਅਲੱਗ ਮੈਥਡਸ ਨੇ, ਪਾਸ ਬਾਏ ਵੈਲਿਊ, ਪਾਸ ਬਾਏ ਰੈਫਰੈਂਸ, ਉਹ ਮੈਥਡ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ।